ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਲੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਨਾਨਕ ਪਰਸ਼ੋਤਮੰ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤ ਰੂਪ ਪਰਮਾਤਮਾ, ਸਭ ਕਟ ਰਹਿਓ ਵਿਆਪ। ਜਿਨ ਜਾਨਾ ਤਾਕੋ ਆਨੰਦ, ਔਰ ਨ ਜਾਣਤ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ, ਸ਼ਬਦ ਅਵਤਾਰ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ।
ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਆਪ ਜੀ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਅਪਾਰ ਰਹਿਮਤ ਹੈ, ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ। ਗੁਰਦੇਵ ਸਤਿਗੁਰੂ ਜੀ ਧੰਨ ਹਨ, ਜਿਨ੍ਹਾਂ ਦੀ ਦਇਆ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸਤ ਸੰਗਤ ਵਿੱਚ ਜੁੜ ਬੈਠ ਕਰਕੇ ਹਰੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ, ਪਰਮੇਸ਼ਰ ਦਾ ਜਾਪ ਕਰਨ ਦੀ ਇਹ ਸਮਰੱਥਾ ਪ੍ਰਗਟ ਹੋਈ। ਜਦੋਂ ਸਤਿਗੁਰੂ ਕਿਰਪਾਲ ਹੁੰਦਾ ਹੈ, ਹਿਰਦੇ ਦੀਆਂ ਬੁਰਾਈਆਂ, ਹਿਰਦੇ ਦੇ ਔਗਣ ਨਾਸ਼ ਹੁੰਦੇ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਸਤਿਗੁਰਾਂ ਨੇ ਬਖਸ਼ਿਸ਼ ਰੂਪੀ ਹੱਥ ਜਦੋਂ ਮਸਤਕ ਤੇ ਧਰਿਆ, ਵਿਕਾਰਾਂ ਰੂਪੀ ਬੁਰਾਈਆਂ ਦਾ ਜਿਹੜਾ ਸੀ ਉਹ ਹਿਰਦੇ ਅੰਦਰੋਂ ਇਹ ਬੁਰਾਈਆਂ ਮਿਟ ਗਈਆਂ, ਨਾਸ਼ ਹੋਈਆਂ। ਭਾਈ ਧਿਆਨ ਸਿੰਘ ਜੀ ਕਲਗੀਧਰ ਪਿਤਾ ਅੰਤਰਜਾਮੀ ਸਤਿਗੁਰਾਂ ਦੇ ਸਨਮੁਖ ਬੈਠਿਆ ਬੇਨਤੀ ਕਰਦੇ। ਮਹਾਰਾਜਿਆਂ ਨੇ ਕਿਹਾ ਸੀ, ਭਾਈ ਧਿਆਨ ਸਿੰਘ ਤੂੰ ਸਾਡਾ ਪਿਆਰਾ ਸਿੱਖ ਹੈ, ਸਾਨੂੰ ਬਹੁਤ ਪ੍ਰੇਮ ਹੈ ਤੇਰੇ ਪ੍ਰਤੀ, ਜੋ ਤੇਰੀ ਭਾਵਨਾ ਹੈ ਤੂੰ ਮੰਗ ਲੈਣਾ ਕਰ। ਭਾਈ ਧਿਆਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਹੁੰਦਿਆਂ ਆਪ ਜੀ ਦੇ ਪਿਆਰੇ ਹਰਗੋਪਾਲ ਵਰਗੇ ਸਿੱਖ ਡੋਲ ਗਏ, ਪਰ ਸਤਿਗੁਰੂ ਜੀ ਆਪ ਜੀ ਕਿਰਪਾ ਬਣਾਈ ਰੱਖਿਓ, ਤੁਹਾਡੇ ਤੋਂ ਬਾਅਦ ਕਿਤੇ ਤੁਹਾਡਾ ਸਿੱਖ ਇਉਂ ਡੋਲ ਨਾ ਜਾਏ। ਮਹਾਰਾਜ ਜੀ ਕਹਿਣ ਲੱਗੇ, ਧਿਆਨ ਸਿੰਘਾ ਸਮੁੰਦਰ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਬਹੁਤ ਹੁੰਦੇ, ਜਿੱਥੇ ਸਮੁੰਦਰ ਦੇ ਵਿੱਚ ਪਿਆ ਉਹਨਾਂ ਦੀ ਬੇਸ਼ੁਮਾਰ ਕੀਮਤ ਹੈ ਕਿ ਸਮੁੰਦਰ ਤੋਂ ਦੂਰ ਹੋ ਕਰਕੇ ਹੀਰੇ ਮੋਤੀ ਇਹਨਾਂ ਦੀ ਚਮਕ ਜਾਂ ਇਹਨਾਂ ਦੀ ਕੀਮਤ ਘਟ ਜਾਂਦੀ ਹੈ। ਬਾਜ਼ਾਰਾਂ ਦੇ ਵਿੱਚ ਜਦੋਂ ਜੌਹਰੀਆਂ ਦੇ ਪਾਸ ਹੀਰੇ ਮੋਤੀ ਜਵਾਹਰਾਤ ਜਾਂਦੇ ਹਨ, ਇਹਨਾਂ ਦਾ ਮੁੱਲ ਜਿਹੜਾ ਹੈ ਬੇਸ਼ੁਮਾਰ ਇਹਨਾਂ ਦਾ ਮੁੱਲ ਪੈਂਦਾ ਹੈ। ਜਦੋਂ ਸੂਰਜ ਪ੍ਰਕਾਸ਼ ਹੁੰਦਾ, ਤਾਰੇ ਜਿਹੜੇ ਹਨ ਉਹਨਾਂ ਦੀ ਰੌਸ਼ਨੀ ਮੱਧਮ ਪੈ ਜਾਂਦੀ, ਪਰ ਤਾਰੇ ਜਿਹੜੇ ਹਨ ਉਹ ਖਤਮ ਨਹੀਂ ਹੁੰਦੇ। ਹਾਂ, ਤਾਰਿਆਂ ਦਾ ਪ੍ਰਕਾਸ਼ ਜਿਹੜਾ ਹੈ ਉਹ ਘਟ ਜਾਂਦਾ ਹੈ, ਰੌਸ਼ਨੀ ਘਟ ਜਾਂਦੀ ਹੈ ਸੂਰਜ ਦੇ ਉਦੈ ਹੁੰਦਿਆਂ, ਸੂਰਜ ਚੜ੍ਹਿਆ, ਕਿਉਂਕਿ ਸੂਰਜ ਦਾ ਪ੍ਰਕਾਸ਼ ਜ਼ਿਆਦਾ ਹੈ। ਸਾਡੇ ਸਿੱਖ ਤਾਰਿਆਂ ਦੇ ਸਮਾਨ ਹਨ। ਸਾਡੇ ਤੋਂ ਬਾਅਦ ਜਿਵੇਂ ਤਾਰੇ ਰਾਤ ਹੋਣ ਤੇ ਚਮਕਦੇ ਹਨ, ਸਾਡੇ ਗੁਰਸਿੱਖਾਂ ਦਾ ਪ੍ਰਤਾਪ, ਇਹਨਾਂ ਦੀ ਵਡਿਆਈ, ਇਹਨਾਂ ਦੀ ਮਹਿਮਾ ਤਾਰਿਆਂ ਦੀ ਤਰ੍ਹਾਂ ਚਮਕੇਗੀ। ਮਾਘ ਦੇ ਮਹੀਨੇ ਦਾ ਇਸ਼ਨਾਨ ਦਾ ਮਹਾਤਮ ਗੁਰਸਿੱਖਾਂ ਨੇ ਮਹਾਰਾਜੀਆਂ ਨੂੰ ਪੁੱਛਿਆ ਕਿ ਇਹ 2 ਮਹੀਨੇ ਬੜੀ ਭਾਵਨਾ ਦੇ ਨਾਲ ਕਈ ਇਸ਼ਨਾਨ ਕਰਦੇ, ਮਾਘ ਦੇ ਮਹੀਨੇ ਸਾਰਾ ਹੀ ਮਾਘ ਬੜੀ ਸ਼ਰਧਾ ਨਾਲ ਇਸ਼ਨਾਨ ਕਰਦੇ, ਪਰ ਦੂਸਰੇ ਮਹੀਨੇ ਕਿਉਂ ਨਹੀਂ ਇਸ ਤਰ੍ਹਾਂ ਨਹਾਉਂਦੇ? ਮਹਾਰਾਜ ਜੀ ਕਹਿੰਦੇ ਮਤਲਬੀ ਸਿੱਖ ਹਨ, ਮਨ ਦੀ ਕਾਮਨਾ ਕਰਕੇ, ਮਨ ਦੇ ਮਨੋਰਥ ਕਰਕੇ ਇਸ਼ਨਾਨ ਕਰਨਾ। ਸਤਿਗੁਰੂ ਜੀ ਕਹਿੰਦੇ ਜਿਵੇਂ ਗਾਂ ਦੁੱਧ ਦਿੰਦੀ ਹੈ, ਜਿੰਨੀ ਦੇਰ ਗਾਂ ਦੁੱਧ ਦਿੰਦੀ ਹੈ ਉਨੀ ਦੇਰ ਉਹਦੀ ਸੇਵਾ ਕਰਦੇ, ਪਰ ਜਦੋਂ ਦੁੱਧ ਦੇਣੋਂ ਹਟ ਜਾਏ
ਧੇਨ ਦੁੱਧੈ ਤੇ ਬਾਹਰੀ ਕਿਤੈ ਨਾ ਆਵੈ ਕਾਮ। ਫਿਰ ਉਹ ਕਿਸੇ ਕੰਮ ਨਹੀਂ, ਫਿਰ ਉਹਦਾ ਰੱਸਾ ਖੋਲ ਦਿੰਦੇ। ਦੇਵਤਾ ਜਿੰਨੀ ਦੇਰ ਕਾਮਨਾ ਪੂਰੀ ਕਰਦਾ ਹੈ ਉਨੀ ਦੇਰ ਉਹਦੇ ਤੇ ਸ਼ਰਧਾ ਬਣੀ ਰਹਿੰਦੀ। ਪੰਡਤ ਨੂੰ ਜਜਮਾਨ ਜਿੰਨੀ ਦੇਰ ਦਾਨ ਦਿੰਦਾ ਹੈ ਉਨੀ ਦੇਰ ਕਹਿੰਦੇ ਬੜੀ ਪ੍ਰੇਮ ਨਾਲ ਉਹਦੀ ਗੱਲ ਸੁਣਦਾ ਹੈ, ਉਹਦੀ ਅਰਜ਼ ਸੁਣਦਾ ਹੈ। ਇਸ ਤਰ੍ਹਾਂ ਦੁਨੀਆ ਮੌਕਾ ਪ੍ਰਸਤ ਹੈ, ਮਤਲਬ ਕਰਕੇ, ਮਨੋਰਥ ਕਰਕੇ। ਇੰਦਰੀਆਂ ਦਾ ਦਾਸ ਨਹੀਂ ਬਣਨਾ। ਮਹਾਰਾਜ ਜੀ ਕਹਿੰਦੇ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨੀ। ਇਉਂ ਗੁਰਸਿੱਖ ਨੇ ਤਾਂ ਨਿਤ ਇਸ਼ਨਾਨ ਕਰਨਾ ਹੈ, ਪ੍ਰਭੂ ਭਗਤੀ ਸਾਧਨਾ ਦੇ ਵਿੱਚ ਬੈਠਣਾ ਹੈ, ਧਿਆਨ ਵਿੱਚ ਬੈਠਣਾ ਹੈ, ਨਿਤਨੇਮ ਅਨੁਸਾਰ ਆਪਣਾ ਅਭਿਆਸ ਕਰਨਾ ਹੈ। ਉਹਦੇ ਮਨੋਰਥ ਜਿਹੜੇ ਹਨ ਉਹ ਸੁਤੇ ਸਿੱਧ ਪੂਰੇ ਹੋ ਜਾਂਦੇ ਜਦੋਂ ਅਭਿਆਸੀ ਸਿੱਖ ਬਣ ਕੇ ਗੁਰਸਿੱਖ ਅਭਿਆਸ ਕਰਦਾ। ਇਹ ਨਹੀਂ ਵੀ ਇਕੱਲੇ ਮਾਘ ਦੇ ਮਹੀਨੇ ਜਾਂ ਕੱਤਕ ਦੇ ਮਹੀਨੇ ਹੀ ਇਸ਼ਨਾਨ ਕਰਨਾ ਹੈ, ਇਹ ਤਾਂ ਮਤਲਬ ਪ੍ਰਸਤੀ ਹੈ। ਸਤਿਗੁਰੂ ਜੀ ਕਹਿੰਦੇ ਸਦਾ ਹੀ ਗੁਰਸਿੱਖ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ੁਕਰਾਨੇ, ਉਹਦੇ ਸਿਮਰਨ ਵਿੱਚ, ਪਰਮੇਸ਼ਰ ਦੀ ਭੈ ਭਾਵਨੀ ਵਿੱਚ ਰਹਿ ਕੇ ਆਪਣਾ ਸਮਾਂ ਜਿਹੜਾ ਹੈ ਉਹ ਗੁਜ਼ਾਰਨਾ। ਹਿਰਦੇ ਅੰਦਰ ਪ੍ਰੇਮ ਹੈ, ਪ੍ਰਭੂ ਦੀ ਪ੍ਰਸੰਨਤਾ ਹੈ। ਪ੍ਰੇਮ ਤੋਂ ਸਖਣੇ ਵੱਡੇ ਵੱਡੇ ਜਿਹੜੇ ਪੈਗੰਬਰ, ਔਲੀਆ, ਅਵਤਾਰ, ਵਿਦਵਾਨ ਜਿਹੜੇ ਪ੍ਰੇਮ ਤੋਂ ਵਾਂਝੇ ਰਹਿ ਗਏ। ਪਰਸ਼ੁਰਾਮ ਵਰਗੇ, ਸਹੰਸਰ ਬਾਹੂ ਵਰਗੇ, ਜਮ ਦਗਨ ਰਿਖੀ ਵਰਗੇ ਕਿੰਨਾ ਸਮਾਂ ਤਪੱਸਿਆ ਕੀਤੀ। ਮਹਾਰਾਜ ਜੀ ਕਹਿੰਦੇ ਹਿਰਦੇ ਅੰਦਰ ਪ੍ਰੇਮ ਨਹੀਂ ਸੀ। ਪ੍ਰੇਮ ਤੋਂ ਵਾਂਝੇ ਕਹਿਣ ਲੱਗੇ ਹਿਰਦਾ ਜਿਹੜਾ ਹੈ ਕ੍ਰੋਧੀ ਹੋ ਗਿਆ। ਰਾਵਣ 4 ਵੇਦਾਂ ਦਾ ਗਿਆਤਾ ਸੀ ਪਰ ਪ੍ਰੇਮ ਨਹੀਂ ਸੀ, ਰਾਖਸ਼ ਬਿਰਤੀ ਰਹੀ। ਹਰਨਾਕਸ਼ ਪ੍ਰੇਮ ਨਹੀਂ ਸੀ ਹਿਰਦੇ ਅੰਦਰ। ਪੁੱਤਰ ਦੇ ਹਿਰਦੇ ਅੰਦਰ ਪ੍ਰੇਮ ਪੈਦਾ ਹੋਇਆ। ਪ੍ਰਹਿਲਾਦ ਦੀ ਫਿਰ ਨਰਸਿੰਘ ਰੂਪ ਹੋ ਕਰਕੇ ਪਰਮੇਸ਼ਰ ਨੇ ਰੱਖਿਆ ਕੀਤੀ। ਜਿੱਥੇ ਪ੍ਰੇਮ ਹੈ ਉੱਥੇ ਪਰਮੇਸ਼ਰ ਪ੍ਰੇਮ ਦੇ ਅਧੀਨ ਹੋ ਜਾਂਦਾ ਹੈ। ਜਿਨ੍ਹਾਂ ਨੇ ਹਿਰਦੇ ਅੰਦਰੋਂ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ, ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ, ਨਿਰੰਕਾਰ ਆਕਾਰ ਕਰ ਗੁਰ ਮੂਰਤ ਗੁਰ ਸ਼ਬਦ ਸੁਣਾਇਆ। ਗੁਰ ਮੂਰਤ ਹੋ ਕਰਕੇ ਨਿਰੰਕਾਰ ਨੇ ਆਪਣਾ ਆਕਾਰ ਜਿਹੜਾ ਸੀ ਗੁਰੂ ਸਵਰੂਪ ਦੇ ਵਿੱਚ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਰੂਪ ਵਿੱਚ ਜਗਤ ਜਲੰਦੇ ਨੂੰ ਠਾਰਨ ਵਾਸਤੇ ਉਹਨਾਂ ਨੇ ਗੁਰੂ ਰੂਪ ਧਾਰਨ ਕਰਕੇ ਸਤਿਗੁਰੂ ਜੀ ਸੰਸਾਰ ਤੇ ਆਏ, ਮਨੁੱਖਾ ਜਾਮਾ ਧਾਰਨ ਕੀਤਾ। ਔਰ ਉਹਨਾਂ ਨੇ ਆਪਣੇ ਗੁਰਸਿੱਖਾਂ ਦੇ ਹਿਰਦੇ ਅੰਦਰ ਉਹ ਪ੍ਰੇਮ, ਉਹ ਵੈਰਾਗ, 4 ਵਰਨ ਗੁਰਸਿੱਖ ਹੋਏ। ਸਾਧ ਸੰਗਤ ਸੱਚਖੰਡ ਵਸਾਇਆ। 4 ਵਰਨਾਂ ਨੂੰ ਮਹਾਰਾਜ ਜੀਆਂ ਨੇ ਗੁਰਸਿੱਖ ਬਣਾਇਆ। ਪਹਿਲਾਂ 4 ਵਰਨ ਇਕੱਠੇ ਨਹੀਂ ਸੀ ਹੁੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਪਹਿਲਾਂ 4 ਵਰਨ ਜਿਹੜੇ ਸੀ ਇੱਕ ਥਾਂ ਤੇ ਨਹੀਂ ਸੀ ਬਹਿ ਸਕਦੇ। ਬ੍ਰਾਹਮਣ ਆਪਣੇ ਆਪ ਨੂੰ ਵੱਡਾ ਕਹਿੰਦਾ ਹੈ, ਖੱਤਰੀ ਆਪਣੇ ਆਪ ਵਿੱਚ ਮਸਤ ਹੈ, ਵੈਸ਼ ਆਪਣੇ ਆਪ ਵਿੱਚ ਵੱਡਾ ਹੈ, ਔਰ ਸ਼ੂਦਰ ਨੂੰ ਕੋਈ ਨੇੜੇ ਨਹੀਂ ਸੀ ਲਾਉਂਦਾ। 4 ਵਰਨਾਂ ਦਾ ਜਿਹੜਾ ਰਸਤਾ ਸੀ ਉਹ ਵੱਖੋ ਵੱਖਰਾ, 4 ਵਰਨਾਂ ਦਾ ਰਹਿਣ ਸਹਿਣ ਵੱਖੋ ਵੱਖਰਾ, 4 ਵਰਨਾਂ ਦਾ ਪਹਿਰਾਵਾ ਜਿਹੜਾ ਸੀ ਉਹ ਵੱਖੋ ਵੱਖਰਾ, 4 ਵਰਨਾਂ ਦਾ ਖਾਣ ਪੀਣ, 4 ਵਰਨਾਂ ਦੇ ਖੂਹ ਵੱਖੋ ਵੱਖਰੇ, ਰਸਤੇ ਵੱਖੋ ਵੱਖਰੇ। ਜਿੱਥੋਂ ਦੀ ਸ਼ੂਦਰ ਲੰਘ ਜਾਂਦਾ ਸੀ ਉੱਥੋਂ ਦੀ ਬ੍ਰਾਹਮਣ ਨਹੀਂ ਸੀ ਲੰਘਦਾ। ਜਿਹੜੇ ਖੂਹ ਤੇ ਸ਼ੂਦਰ ਨੇ ਪਾਣੀ ਪੀਣਾ ਹੈ ਉਸ ਖੂਹ ਦੇ ਨੇੜੇ ਬ੍ਰਾਹਮਣ ਨਹੀਂ ਸੀ ਜਾਂਦਾ। ਇਹਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ। 4 ਵਰਨ ਗੁਰਸਿੱਖ ਹੋਏ। 4 ਵਰਨ ਮਹਾਰਾਜ ਜੀਆਂ ਦੇ ਗੁਰਸਿੱਖ ਹੋ ਗਏ। ਸਤਿਗੁਰੂ ਜਦੋਂ ਆਪ ਨਿਰੰਕਾਰ ਆਕਾਰ ਰੂਪ ਵਿੱਚ ਆਏ, 4 ਵਰਨਾਂ ਨੂੰ ਸਤਿਗੁਰਾਂ ਨੇ ਸਾਂਝਾ ਉਪਦੇਸ਼ ਦਿੱਤਾ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ 4 ਵਰਨਾਂ ਕਉ ਸਾਂਝਾ। ਗੁਰਮੁਖ ਨਾਮ ਜਪੈ ਉਧਰੈ, ਸੋ ਕਲ ਮਹਿ ਘਟ ਘਟ ਨਾਨਕ ਮਾਂਝਾ।
ਜਿਨ੍ਹਾਂ ਨੇ ਗੁਰੂ ਮੁਖ ਰਾਹੀਂ ਪਵਿੱਤਰ ਉਪਦੇਸ਼ ਲਿਆ, ਨਾਮ ਲਿਆ, ਜਪਿਆ। ਕਲਯੁਗ ਦੇ ਵਿੱਚ ਤਾਂ ਭਾਈ ਉਹਦਾ ਹੀ ਉਧਾਰ ਹੋਣਾ ਹੈ, ਨਾ ਕਿ ਬ੍ਰਾਹਮਣ ਦਾ, ਖੱਤਰੀ ਦਾ, ਵੈਸ਼ ਦਾ, ਸ਼ੂਦਰ ਦਾ। ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦਿੱਤਾ। ਜਿਹੜਾ ਜਪੇਗਾ, ਜਿਹੜਾ ਨਾਮ ਜਪੇਗਾ, ਉਹਦਾ ਪਾਰ ਉਤਾਰਾ ਹੋਣਾ ਹੈ। ਕਿਉਂਕਿ ਕਲਯੁਗ ਦੇ ਵਿੱਚ ਕੇਵਲ ਪਰਮੇਸ਼ਰ ਦਾ ਨਾਮ ਹੈ। ਸਭ ਤੋਂ ਸੁਖੈਣ ਤਰੀਕਾ ਕਲਯੁਗ ਦੇ ਵਿੱਚੋਂ, ਕਹਿੰਦੇ ਨੇ ਵੀ ਕਲਯੁਗ ਮਾੜਾ ਹੈ, ਪਰ ਮਹਾਰਾਜ ਜੀਆਂ ਨੇ ਕਲਯੁਗ ਦੇ ਅੰਦਰ ਸੁਖੈਣ ਤਰੀਕਾ ਦੱਸਿਆ। ਜਿਹੜਾ ਪ੍ਰਭੂ ਭਗਤੀ ਕਰੇਗਾ, ਨਾਮ ਜਪੇਗਾ, ਉਹਦਾ ਪਾਰ ਉਤਾਰਾ ਹੋਏ। ਕਲਮ ਹੈ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ। ਹਰੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਰੀ ਦੀ ਕੀਰਤੀ, ਸਾਧੂ ਦੀ ਸੰਗਤ ਦੇ ਦੁਆਰਾ ਇਹ ਜਿਹੜੀ ਜਾਗ ਗੁਰਮੁਖਾਂ ਨੂੰ ਲੱਗਦੀ। ਔਰ ਭਗਤੀ ਕਰਦਿਆਂ ਕਰਦਿਆਂ ਉਹਨਾਂ ਨੇ ਆਪਣੇ ਜੀਵਨ ਦਾ ਉਧਾਰ ਕਰ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਚਾਰੇ ਵਰਣਾਂ ਨੂੰ ਗੁਰਸਿੱਖ ਬਣਾ ਕਰਕੇ ਸਾਧ ਸੰਗਤ ਸੱਚਖੰਡ ਵਸਾਇਆ। ਸਾਧ ਸੰਗਤ ਵਿੱਚ ਬਿਠਾ ਕਰਕੇ ਸੱਚਖੰਡ ਮਹਾਰਾਜ ਜੀਆਂ ਨੇ ਧਰਤੀ ਤੇ ਹੀ ਬਣਾ ਦਿੱਤਾ। ਪਹਿਲਾਂ ਸੱਚਖੰਡ ਦੀ ਭਾਲ ਕਰਦਿਆਂ ਕਰਦਿਆਂ ਸਾਰਾ ਸਮਾਂ ਜਿਹੜਾ ਸੀ ਉਹ ਗੁਜ਼ਰ ਜਾਂਦਾ ਕਿ ਅਸੀਂ ਸੱਚਖੰਡ ਜਾਣਾ। ਸੱਚਖੰਡ ਹੈ ਕਿੱਥੇ? ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਧਰਤੀ ਤੇ ਹੀ ਸਤ ਸੰਗਤ ਬਣਾ ਦਿੱਤੀ, ਸੱਚਖੰਡ ਬਣਾ ਦਿੱਤਾ। ਭਾਈ ਇਕੱਠੇ ਬੈਠੋ, ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਸਾਰੇ ਜਣੇ ਇੱਕ ਥਾਂ ਤੇ ਬਹਿ ਕੇ ਪ੍ਰਭੂ ਦੀ ਭਗਤੀ ਕਰੋ। ਸਾਧ ਸੰਗਤ ਸੱਚਖੰਡ ਹੈ। ਇਕੱਠੇ ਬਹਿ ਕੇ ਜਿੱਥੇ ਪ੍ਰਭੂ ਦੀ ਕੀਰਤੀ ਹੋਵੇ, ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਉਹ ਬੈਕੁੰਠ ਬਣ ਜਾਂਦਾ ਜਿੱਥੇ ਪ੍ਰਭੂ ਦੀ ਕੀਰਤੀ ਹੁੰਦੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਭਨਾਂ ਨੂੰ ਇੱਕ ਥਾਂ ਤੇ ਬਿਠਾ ਕੇ ਉੱਥੇ ਹੀ ਸਾਧ ਸੰਗਤ ਸੱਚਖੰਡ ਬਣਾ ਦਿੱਤੀ। ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦਿੱਤਾ। ਊਚ ਨੀਚ ਦਾ ਭੇਦ ਭਾਵ ਜਿਹੜਾ ਸੀ ਮਹਾਰਾਜ ਜੀਆਂ ਨੇ ਮਿਟਾ ਦਿੱਤਾ। ਵਰਣ ਵੰਡ, ਜਾਤੀ ਵੰਡ, ਜਾਤ ਪਾਤ ਦਾ ਹੰਕਾਰ ਹਿਰਦੇ ਅੰਦਰੋਂ ਮਹਾਰਾਜ ਜੀਆਂ ਨੇ ਮਿਟਾ ਦਿੱਤਾ। ਜਿਹੜਾ ਪ੍ਰੇਮ ਸਹਿਤ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨੂੰ ਪਾ ਲੈਂਦਾ ਹੈ। ਕਿਉਂਕਿ ਪਰਮੇਸ਼ਰ ਪ੍ਰੇਮ ਦੇ ਅਧੀਨ ਹੈ। ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਕਿ ਤਪੱਸਵੀ ਹੰਕਾਰ ਕਰਦਿਆਂ ਕਹਿਣ ਲੱਗੇ ਪ੍ਰਭੂ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕੇ। ਸਿੱਧਾਂ ਕੋਲ ਜਦੋਂ ਮਹਾਰਾਜ ਜੀ ਗਏ, ਸਿੱਧਾਂ ਦੇ ਕੋਲ ਹਿਰਦੇ ਅੰਦਰ ਇੰਨਾ ਹੰਕਾਰ ਕੀਤੇ ਤਾਂ ਮਹਾਰਾਜ ਜੀਆਂ ਨੂੰ ਸਮੇਰ ਪਰਬਤ ਤੇ ਚੜ੍ਹਨ ਨਹੀਂ ਸੀ ਦਿੰਦੇ। ਤੁਹਾਡੇ 'ਚ ਇੰਨੀ ਸਮਰੱਥਾ ਕਿੱਥੇ ਕਿ ਤੁਸੀਂ ਇੱਥੇ ਟਿਕ ਸਕੋ। ਫਿਰ ਜਦੋਂ ਸਤਿਗੁਰੂ ਜੀ ਵਿੱਚ ਜਾ ਕਰਕੇ ਬੈਠੇ ਸਿੱਧਾਂ ਦੇ, ਕੱਲੇ ਕੱਲੇ ਸਿੱਧਾਂ ਦੇ ਸਵਾਲ ਦਾ ਮਹਾਰਾਜ ਜੀਆਂ ਨੇ ਜਵਾਬ ਦਿੱਤਾ। ਹਿਰਦੇ ਦੀ ਮੈਲ ਜਿਹੜੀ ਸੀ ਸਿੱਧਾਂ ਦੀ, ਈਰਖਾ ਦੀ ਮੈਲ, ਹੰਕਾਰ ਦੀ ਮੈਲ, ਆਪਣੀ ਉਮਰ ਦੀ ਮੈਲ, ਮਹਾਰਾਜ ਜੀਆਂ ਨੇ ਸਾਰੀ ਮੈਲ ਧੋ ਦਿੱਤੀ। ਸਿੱਧਾਂ ਦਾ ਹਿਰਦਾ ਪਵਿੱਤਰ ਹੋ ਗਿਆ। ਹੁਣ ਉਹੀ ਸਿੱਧ ਕਹਿੰਦੇ ਮਹਾਰਾਜ ਜੀ ਕਿਰਪਾ ਕਰੋ, ਇੱਥੇ ਹੀ ਰਹੋ ਸਾਡੇ ਕੋਲ, ਹੁਣ ਇੱਥੋਂ ਜਾਇਓ ਨਾ ਸਤਿਗੁਰੂ ਜੀ। ਜਿਵੇਂ ਨਿਰੰਕਾਰ ਦੇ ਨਾਲ ਗੱਲਾਂ ਕਰੀਦੀਆਂ ਉਸ ਤਰ੍ਹਾਂ ਇਹ ਲੱਗਦਾ ਵੀ ਤੁਸੀਂ ਨਿਰੰਕਾਰ ਹੋ। ਜਿਵੇਂ ਨਿਰੰਕਾਰ ਦੇ ਨਾਲ ਅਸੀਂ ਗੱਲਾਂ ਕਰਦੇ ਹਾਂ, ਇਸ ਤਰ੍ਹਾਂ ਦਾ ਆਨੰਦ ਤੁਹਾਡੀ ਸੰਗਤ ਕਰਕੇ ਬਣਿਆ। ਇਸ ਕਰਕੇ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਇੱਥੇ ਹੀ ਰਹੋ ਸਾਡੇ ਪਾਸ ਸੁਮੇਰ ਪਰਬਤ ਤੇ। ਸਤਿਗੁਰੂ ਜੀ ਕਹਿੰਦੇ ਤੁਹਾਡਾ ਜਿਹੜਾ ਮਨੋਰਥ ਸੀ ਉਹ ਅਸੀਂ ਹੁਣ ਪੂਰਾ ਕਰ ਦਿੱਤਾ। ਤੁਹਾਡੇ ਹਿੱਤ ਵਾਸਤੇ ਅਸੀਂ ਇੱਥੇ ਚੱਲ ਕੇ ਆਏ ਸੀ, ਕਿਉਂਕਿ ਸੱਚ ਦਾ ਰਸਤਾ ਦਿਖਾਉਣਾ ਸੀ ਮਹਾਰਾਜ ਜੀਆਂ ਨੇ। ਔਰ ਉੱਥੇ ਹੀ ਸੁਮੇਰ ਪਰਬਤ ਤੇ ਹੁਣ ਮਹਾਰਾਜ ਜੀਆਂ ਨੇ ਸੱਚ ਵਸਾ ਦਿੱਤਾ। ਕਿੱਥੇ ਇੱਕ ਦੂਜੇ ਦੇ ਵਿੱਚ ਈਰਖਾ ਭਰੀ ਹੋਈ ਸੀ। ਜਿੱਥੇ ਪ੍ਰੇਮ ਹੈ ਉੱਥੇ ਪਰਮੇਸ਼ਰ ਦਾ ਵਾਸਾ ਹੈ। ਪਰਿਵਾਰ ਦੇ ਵਿੱਚ ਜਿੱਥੇ ਸਮਰਪਣ ਦੀ ਭਾਵਨਾ ਹੈ ਉੱਥੇ ਸੁੱਖ ਹੈ, ਆਨੰਦ ਹੈ। ਜਿੱਥੇ ਵਿਚਾਰਾਂ ਦੀ ਸਾਂਝ ਨਹੀਂ ਹੈ ਉੱਥੇ ਦੀਵਾਰ ਖੜੀ ਹੋ ਜਾਂਦੀ। ਜਿੱਥੇ ਪ੍ਰੇਮ ਹੈ ਮਹਾਰਾਜ ਜੀ ਕਹਿੰਦੇ ਉੱਥੇ ਪ੍ਰਭੂ ਦਾ ਵਾਸਾ ਹੈ। ਜਿਨ੍ਹਾਂ ਨੇ ਪ੍ਰੇਮ ਦੇ ਦੁਆਰਾ ਪ੍ਰਭੂ ਦੀ ਭਗਤੀ ਕੀਤੀ ਹੈ, ਭੈ ਭਾਵਨੀ ਵਿੱਚ ਰਹਿ ਕਰਕੇ ਉਹਨਾਂ ਨੇ ਪਰਮੇਸ਼ਰ ਦੀ ਖੁਸ਼ੀ,
ਪਰਮੇਸ਼ਰ ਦੀ ਭਗਤੀ ਦਾ ਲਾਹਾ ਉਹਨਾਂ ਨੇ ਪ੍ਰਾਪਤ ਕੀਤਾ ਹੈ। ਜਿਵੇਂ ਸਤਿਗੁਰੂ ਜੀ ਗੁਰਸਿੱਖਾਂ ਤੇ ਉਹ ਬਖਸ਼ਿਸ਼ਾਂ ਕਰ ਰਹੇ ਹਨ। ਆਓ ਸਾਧ ਸੰਗਤ, ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਦੋਹਰਾ। ਸਤ ਰੂਪ ਪਰਮਾਤਮਾ, ਸਭ ਘਟ ਰਹਿ ਵਿਆਪ। ਪਰਮਾਤਮਾ ਸਤ ਸਰੂਪ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਕਿਹਾ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤ ਜੋ ਸਦੀਵ ਕਾਲ ਲਈ ਰਹਿਣਾ ਹੈ। ਆਦ, ਜਦੋਂ ਤੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ, ਸ੍ਰਿਸ਼ਟੀ ਦੀ ਸਿਰਜਣਾ ਤੋਂ ਪਹਿਲਾਂ, ਉਦੋਂ ਤੋਂ ਵਾਹਿਗੁਰੂ ਪਰਮੇਸ਼ਰ ਸਤ ਹੈ। ਹੁਣ ਵੀ ਉਹ ਸਤ ਹੈ ਔਰ ਆਉਣ ਵਾਲੇ ਸਮੇਂ ਅੰਦਰ ਵੀ ਉਹਨੇ ਸਤ ਰਹਿਣਾ। ਸਤ ਤੋਂ ਭਾਵ ਕਦੇ ਨਾਸ਼ ਨਹੀਂ ਹੁੰਦਾ, ਉਹ ਸਦੀਵੀ ਹੋਂਦ ਵਾਲਾ ਹੈ, ਉਹਦੀ ਹੋਂਦ ਸਦਾ ਹੀ ਹੈ। ਸਭ ਮੈਂ ਰਹਿਆ ਵਿਆਪ, ਸਭ ਘਟ ਰਹਿਓ ਵਿਆਪ। ਸਭਨਾ ਘਟਾਂ ਦੇ ਵਿੱਚ ਵਿਆਪਕ ਹੈ ਵਾਹਿਗੁਰੂ ਪਰਮੇਸ਼ਰ। ਓੰਕਾਰ, ਮਹਾਰਾਜ ਜੀਆਂ ਨੇ ਇਸੇ ਕਰਕੇ ਕਿਹਾ ਪਰਮੇਸ਼ਰ ਜੋ ਇੱਕ ਹੈ ਉਹ ਓੰਕਾਰ ਹੈ। ਓੰਕਾਰ ਤੋਂ ਭਾਵ ਉਹ ਵਿਆਪਕ ਹੈ, ਹਰ ਜਰਰੇ ਦੇ ਵਿੱਚ, ਹਰ ਕਣ ਦੇ ਵਿੱਚ। ਦੁਨੀਆ ਦੇ ਲੋਕ ਚਿੱਤਰਕਾਰੀ ਕਰਦੇ, ਦੁਨੀਆ ਦੇ ਲੋਕ ਇੰਜੀਨੀਅਰਿੰਗ ਕਰਦੇ, ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਨਕਸ਼ਾ ਤਿਆਰ ਕਰਕੇ ਬਿਲਡਿੰਗਾਂ ਬਣਾ ਦਿੰਦੇ, ਪਰ ਇੰਜੀਨੀਅਰ, ਮਿਸਤਰੀ, ਕਾਰੀਗਰ ਉਹਦੇ ਵਿੱਚ ਨਹੀਂ ਬਹਿ ਸਕਦਾ। ਸਦੀਵ ਕਾਲ ਲਈ ਉੱਥੇ ਨਹੀਂ ਰਹਿ ਸਕਦਾ। ਜੋ ਉਹਨੇ ਵਸਤੂ ਬਣਾਈ ਹੈ, ਜੋ ਬਿਲਡਿੰਗ ਬਣਾਈ ਹੈ, ਬਣਾ ਕੇ ਬਿਲਡਿੰਗ ਕਿਤੇ ਆਪ ਕਿਤੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਤ, ਸਭ ਘਟ ਰਹਿਓ ਵਿਆਪ। ਜੋ ਨੇ ਬਣਾਇਆ ਹੈ ਸਭਨਾਂ ਦੇ ਵਿੱਚ ਆਪ ਬੈਠਾ ਹੈ, ਬਣਾ ਕਰਕੇ ਆਪ ਦੇਖ ਰਿਹਾ ਹੈ, ਸਭਨਾਂ ਦੇ ਵਿੱਚ ਵਿਆਪਿਆ ਹੋਇਆ, ਰਮਿਆ ਹੋਇਆ ਹੈ। ਜਿਨ ਜਾਨਾ ਤਾਕੋ ਆਨੰਦ, ਔਰ ਨ ਜਾਣਤ ਆਪ। ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਦੇ ਹਿਰਦੇ ਅੰਦਰ ਆਨੰਦ ਬਣਿਆ। ਹੋਰਨਾਂ ਨੂੰ ਇਹ ਅੰਦਾਜ਼ਾ ਤੱਕ ਨਹੀਂ। ਜਿਨ੍ਹਾਂ ਨੂੰ ਸੋਝੀ ਨਹੀਂ ਆਈ ਉਹਨਾਂ ਨੂੰ ਆਨੰਦ ਕਿੱਥੇ? ਕਿਉਂਕਿ ਆਨੰਦ ਦੀ ਪਰਿਭਾਸ਼ਾ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਮਹਿਸੂਸ ਕੀਤਾ ਹੈ ਔਰ ਸਮਝ ਆਉਂਦੀ ਹੈ ਸਤਿਗੁਰੂ ਦੇ ਪਾਸੋਂ, ਸਤਿਗੁਰੂ ਦੀ ਕਿਰਪਾ ਦੁਆਰਾ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਸਮਝ ਸਤਿਗੁਰੂ ਦੀ ਕਿਰਪਾ ਦੁਆਰਾ ਆਉਣੀ। ਜਿਨ੍ਹਾਂ ਨੇ ਪਰਮੇਸ਼ਰ ਦੇ ਸਵਰੂਪ ਨੂੰ ਮਹਿਸੂਸ ਕਰ ਲਿਆ, ਜਿਹਦੇ ਤੇ ਦਇਆ ਹੋਈ ਪਰਮੇਸ਼ਰ ਦੀ, ਜਿਸਨੋਂ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ੍ਹਾਂ ਨੇ ਜਾਣ ਲਿਆ ਉਹ ਸਦਾ ਹੀ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ, ਉਹਦੀ ਸਿਫਤ ਸਲਾਹ ਕਰਦੇ। ਜਿਨ੍ਹਾਂ ਨੂੰ ਸਮਝ ਨਹੀਂ, ਜਿਨ੍ਹਾਂ ਨੂੰ ਸੋਝੀ ਨਹੀਂ ਆਈ, ਉਹਨਾਂ ਦੇ ਹਿਰਦੇ ਅੰਦਰ ਆਨੰਦ ਕਿੱਥੇ? ਉਹਨਾਂ ਨੂੰ ਇਹ ਸਮਝ ਨਹੀਂ ਹੈ। ਸਤ ਸੁਨ ਚੇਤਨ ਅਮਲ, ਸਵੈ ਪ੍ਰਕਾਸ਼ ਅਬਿਨਾਸ਼। ਪਰਮੇਸ਼ਰ ਸਤ ਹੈ, ਸਦਾ ਹੀ ਰਹਿਣਾ ਹੈ। ਸ਼ੂਨ ਹੈ ਵਾਹਿਗੁਰੂ ਪਰਮੇਸ਼ਰ। ਜਦੋਂ ਸ੍ਰਿਸ਼ਟੀ ਨਹੀਂ ਸੀ ਉਹ ਉਦੋਂ ਵੀ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਸਮਾਏ। ਉਦੋਂ ਸੁੰਨ ਸੀ, ਉਦੋਂ ਕੁਛ ਵੀ ਨਹੀਂ ਸੀ। ਜਦੋਂ ਚਾਰ ਚਫੇਰੇ ਹਨੇਰਾ ਹੀ ਸੀ। ਪਰਮੇਸ਼ਰ ਉਦੋਂ ਵੀ ਸੀ, ਉਦੋਂ ਵੀ ਉਹ ਸਤ ਸੀ, ਚੇਤਨ। ਸਭਨਾਂ ਦੇ ਹਿਰਦੇ ਅੰਦਰ ਚੇਤਨਤਾ ਪੈਦਾ ਕਰਨ ਵਾਲਾ। ਜਿਹੜੀ ਰੌਂ ਚੱਲਦੀ ਹੈ ਸਾਡੇ ਹਿਰਦੇ ਅੰਦਰ, ਇਹ ਚੇਤਨਤਾ ਪਰਮੇਸ਼ਰ ਦੀ ਹੈ।
ਅਮਲ ਮੈਲ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ। ਨਾ ਉਹ ਕਦੇ ਮੈਲਾ ਹੁੰਦਾ ਹੈ, ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਫਟੈ ਅਮਲ। ਸਦਾ ਹੀ ਨਿਰਮਲ ਹੈ ਵਾਹਿਗੁਰੂ ਪਰਮੇਸ਼ਰ, ਮੈਲ ਤੋਂ ਰਹਿਤ। ਵਿੱਚ ਹੁੰਦਿਆਂ ਹੋਇਆਂ ਵਿਆਪਦਿਆਂ ਹੋਇਆਂ ਵੀ ਉਹ ਨਿਰਲੇਪ ਹੈ, ਅਮਲ ਹੈ ਸਵੈ ਪ੍ਰਕਾਸ਼। ਪੈਦਾ ਕਿੱਥੋਂ ਹੋਇਆ? ਆਪਣੇ ਆਪ ਤੋਂ। ਸਹਿਭੰ ਸੁਤੇ ਸਿੱਧ ਸਵੈ ਪ੍ਰਕਾਸ਼। ਅਵਿਨਾਸ਼ੀ ਹੈ ਵਾਹਿਗੁਰੂ ਪਰਮੇਸ਼ਰ, ਨਾਸ਼ ਤੋਂ ਰਹਿਤ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਮਿਟਦਾ ਨਹੀਂ। ਅਵਿਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਸਾਰੇ ਜੀਆਂ ਦਾ ਦਾਤਾ ਹੈ, ਆਪ ਅਵਿਨਾਸ਼ੀ ਹੈ ਵਾਹਿਗੁਰੂ ਪਰਮੇਸ਼ਰ ਜੀ ਨੂੰ ਸਿਮਰਦਿਆਂ ਹਿਰਦੇ ਦੀ ਮੈਲ ਦੂਰ ਹੁੰਦੀ। ਜਿਹੜਾ ਕਦੇ ਮਿਟਦਾ ਨਹੀਂ ਹੈ, ਸਦਾ ਹੀ ਸਤ ਹੈ, ਅਵਿਨਾਸ਼ੀ ਹੈ। ਆਤਮ ਰਾਮ ਸਵਛੰਦ ਨਿਤ, ਜਾਨਤ ਪੂਰਨ ਆਸ। ਅੰਤਰ ਆਤਮੇ ਜਦੋਂ ਉਸ ਰਾਮ ਨੂੰ ਜੀਵ ਜਾਣਦਾ ਹੈ, ਜਦੋਂ ਸਮਝ ਆਉਂਦੀ ਹੈ, ਫਿਰ ਇਹਦਾ ਧਿਆਨ ਜਿਹੜਾ ਹੈ ਨਿਜ ਸਰੂਪ ਦੇ ਵਿੱਚ ਸਥਿਰ ਹੋ ਜਾਂਦਾ। ਫਿਰ ਇਹਦੀ ਆਸ ਜਿਹੜੀ ਹੈ ਉਹ ਪੂਰੀ ਹੋ ਜਾਂਦੀ। ਇਹੀ ਆਸ ਹੈ ਆਪਣੇ ਨਿਜ ਨੂੰ ਪਾ ਲੈਣਾ। ਦੁਨੀਆ ਦੀ ਆਸ ਤਾਂ ਕਹਿਣ ਲੱਗੇ ਮਾਨੁ ਕੀ ਟੇਕ ਬਿਰਥੀ ਸਭ ਜਾਨ। ਦੂਜੀ ਜਿਹੜੀ ਟੇਕ ਹੈ ਤਾਂ ਬੇਅਰਥ ਹੈ, ਔਰ ਜਿਹੜੀ ਤੇਰੀ ਆਸ ਹੈ ਤੂੰ ਆਪਣੇ ਨਿਜ ਸਰੂਪ ਨੂੰ ਪਾ ਲੈਣਾ, ਆਪਣੇ ਆਪ ਵਿੱਚ ਲੀਨ ਹੋ ਜਾਣਾ। ਪਰ ਜਦੋਂ ਇਹ ਤੇਰੀ ਆਸ ਪੂਰੀ ਹੋ ਗਈ, ਮਹਾਰਾਜ ਜੀ ਕਹਿੰਦੇ ਫੇਰ ਤੇਰਾ ਜਿਹੜਾ ਸਫ਼ਰ ਹੈ ਉਹ ਸੰਪੂਰਨ ਹੋ ਜਾਣਾ ਹੈ। ਸਸੇ ਸਿੰਘ ਜਿਉ ਜਗ ਦਿਖੈ, ਬੰਦੈ ਸੋ ਬੰਦਿਆ ਸੁਤ ਕਾ ਪਾਸ। ਜਗਤ ਦਾ ਪਸਾਰਾ ਜਿਹੜਾ ਮਹਾਰਾਜ ਜੀ ਕਹਿੰਦੇ ਸਸੇ ਦੇ ਸਿੰਘਾਂ ਵਾਂਗੂ ਹੈ। ਇੱਕ ਆਭਾਸ ਹੈ, ਦਿਖਦਾ ਹੈ ਪਸਾਰਾ ਪਰ ਹੈ ਨਾਸ਼ਵਾਨ, ਹੈ ਝੂਠਾ। ਸੁਪਨੇ ਦੀ ਨਿਆਈ ਵੀ ਕਿਹਾ ਮਹਾਰਾਜ ਜੀਆਂ ਨੇ। ਸਤਿਗੁਰੂ ਜੀ ਕਹਿੰਦੇ ਸਹੇ ਦੇ ਸਿੰਘ। ਹੁਣ ਸਹੇ ਦੇ ਕਿਹੜਾ ਸਿੰਘ ਹੁੰਦੇ? ਆਭਾਸ ਲੱਗਦੇ ਹਨ ਸਹੇ ਦੇ ਸਿੰਘ। ਔਰ ਜਿਹੜੀ ਇਸਤਰੀ ਦੇ ਬਾਂਝ ਇਸਤਰੀ ਦੇ ਪੁੱਤਰ ਵਰਗਾ ਕਹਿਣ ਲੱਗੇ। ਹੁਣ ਜਿਹੜੀ ਇਸਤਰੀ ਹੈ ਹੀ ਬਾਂਝ, ਜਿਹਦੀ ਕੁੱਖ ਤੋਂ ਕਦੇ ਬਾਲਕ ਦਾ ਜਨਮ ਹੀ ਨਾ ਹੋਇਆ ਹੋਵੇ, ਕਹਿ ਦੇ ਵੀ ਇਹ ਉਹਦਾ ਪੁੱਤਰ ਹੈ। ਜਾਣ ਲਿਆ, ਮੰਨ ਲਿਆ, ਵਾਸਤਵ ਵਿੱਚ ਹੈ ਨਹੀਂ, ਸਹੇ ਦੇ ਸਿੰਘ ਹੈ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਇਹ ਸੰਸਾਰ ਜਿਹੜਾ ਹੈ, ਇਹ ਜਗਤ ਇਸ ਤਰ੍ਹਾਂ ਜਾਪਦਾ ਹੈ। ਗਗਨ ਸੁਮਨ ਪਾਰੂ ਸਿਨਗਦ, ਤਿਉ ਝੂਠਾ ਆਭਾਸ। ਇਹਦਾ ਜਿਹੜਾ ਆਭਾਸ ਹੈ ਮਹਾਰਾਜ ਜੀ ਕਹਿੰਦੇ ਝੂਠਾ ਹੈ। ਆਕਾਸ਼ ਤੇ ਕੋਈ ਘਰ ਬਣਾ ਲਵੇ ਔਰ ਕਹਿਣ ਲੱਗੇ ਰੇਤ ਦੀ ਕੰਧ ਜਿਹੜੀ ਹੈ ਕਿੰਨਾ ਕੁ ਸਮਾਂ ਸਥਿਰ ਰਹਿ ਸਕਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ। ਇਸੇ ਤਰ੍ਹਾਂ ਸੰਸਾਰ ਦਾ ਜਿਹੜਾ ਆਭਾਸ ਹੈ ਉਹ ਇਸ ਤਰ੍ਹਾਂ ਜਾਪਦਾ ਹੈ, ਔਰ ਇਹ ਜਿਹੜਾ ਨਾਸ਼ਵਾਨ ਹੈ ਸੁਪਨੇ ਦੀ ਨਿਆਈ ਹੈ। ਸਨੋ ਬਿਸ਼ੰਬਰ ਦਾਸ ਸਿੱਖ, ਪੂਰੇ ਆਸਾ ਜਾਨ। ਇਸ ਤਰ੍ਹਾਂ ਬਿਸ਼ੰਬਰ ਦਾਸ ਤੇਰੇ ਮਨ ਦੀ ਜਿਹੜੀ ਭਾਵਨਾ ਹੈ ਉਹ ਪੂਰੀ ਹੋਈ। ਸੁਣੋ, ਤੁਹਾਡੀ ਆਸ ਜਿਹੜੀ ਹੈ ਪਰਮੇਸ਼ਰ ਨੇ ਪੂਰੀ ਕੀਤੀ ਹੈ। ਜਨਮ ਮਰਨ ਤੋਹਿ ਮਿਟਹਿ ਕੋ, ਅਸ਼ਟ ਜਨਮ ਧਰ ਆਨ। ਤੁਹਾਡਾ ਜਨਮ ਮਰਨ ਜਿਹੜਾ ਮਿਟੇਗਾ, ਕਦੇ ਤੁਸੀਂ 8 ਜਨਮ ਜਿਹੜੇ ਹਨ ਹੋਰ ਧਰਨੇ ਹਨ। 8 ਜਨਮ ਧਰਨ ਤੋਂ ਬਾਅਦ ਤੁਹਾਡਾ ਆਵਾਗਾਉਣ ਦਾ ਚੱਕਰ ਜਿਹੜਾ ਹੈ ਉਹ ਮਿਟ ਜਾਣਾ ਹੈ। ਤਬ ਪੁੱਛਿਓ ਸਿੱਖ ਸੋਚ ਕੇ, ਕਹੀਏ ਜਾਮਾ ਮੋਰ। ਬਿਸ਼ੰਬਰ ਦਾਸ ਨੇ ਬੇਨਤੀ ਕੀਤੀ ਹੱਥ ਜੋੜ ਕੇ, ਮਹਾਰਾਜ ਮੇਰਾ ਜਿਹੜਾ ਅਗਲੇ ਜਨਮ ਹਨ 8 ਜਨਮ, ਉਹ ਵੀ ਮੈਨੂੰ ਦੱਸਣਾ ਕਰੋ। ਸਿੱਖੀ ਮੰਗੋ ਗੁਰੂ ਟਿਕ, ਰਹੋ ਦਾਸ ਨਿਤ ਤੌਰ।
ਸਤਿਗੁਰੂ ਜੀ, ਜਿੰਨੇ ਮੇਰੇ 8 ਜਨਮ ਹਨ, ਹਰ ਇੱਕ ਜਨਮ ਦੇ ਵਿੱਚ ਮੈਂ ਆਪ ਜੀ ਦਾ ਸਿੱਖ ਬਣਾ। ਮੇਰੀ ਇਹੀ ਮੰਗ ਹੈ ਮਹਾਰਾਜ, ਬਾਰ-ਬਾਰ ਜਨਮ ਧਰਦਾ ਔਰ ਆਪ ਜੀ ਦਾ ਸਿੱਖ ਹੀ ਬਣਾ, ਇਹੀ ਮੇਰੀ ਆਸਾ ਹੈ। ਸਤਿਨਾਮ ਸਿਮਰੋ ਸਦਾ, ਸਤਿਗੁਰ ਕਹਿਓ ਸੁਨਾਏ। ਸਤਿਗੁਰੂ ਜੀ ਕਹਿੰਦੇ ਬਿਸ਼ੰਬਰ ਦਾਸ ਸਦਾ ਸਤਿਨਾਮ ਦਾ ਜਾਪ ਕਰੋ, ਪਰਮੇਸ਼ਰ ਦੀ ਭਗਤੀ ਕਰੋ ਔਰ ਤੁਹਾਡੀ ਭਾਵਨਾ ਪੂਰੀ ਹੋਏਗੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਪਾਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ, ਗੁਰੂ ਅਮਰਦਾਸ ਮਹਾਰਾਜਿਆਂ ਦੀ ਕਿਰਪਾ ਦੁਆਰਾ ਤੁਹਾਨੂੰ ਸੁਖ ਪ੍ਰਾਪਤ ਹੋਏਗਾ। ਰਾਮਦਾਸ ਅਰਜਨ ਗੁਰੂ ਹਰਗੋਬਿੰਦ ਹਰਿ ਰਾਏ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੀ ਕਿਰਪਾ ਸਦਕਾ। ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੁਤ ਤੇਗ ਬਹਾਦਰ ਰਾਏ। ਸ੍ਰੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਕਿਰਪਾ ਦੇ ਰਾਹੀਂ ਤਿਸ ਕੋ ਸੁਧ ਦਸਵੋ ਗੁਰੂ ਪੰਥ ਖਾਲਸਾ ਕੀਨ। ਸਤਿਗੁਰਾਂ ਦੀ ਕਿਰਪਾ ਤੁਹਾਡੇ ਤੇ ਵਰਤੇਗੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਸਾਹਿਬਜ਼ਾਦੇ ਸਤਿਗੁਰਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ 10ਵੇਂ ਜਾਮੇ ਅੰਦਰ। ਅਪਰ ਭਵਿਖਿਅਤ ਵਾਰਤਾ ਪ੍ਰਭੂ ਬਤਾਏ ਸੋ ਦੀਨ। ਇਸ ਤਰ੍ਹਾਂ ਮਹਾਰਾਜਿਆਂ ਨੇ ਆਉਣ ਵਾਲੇ ਸਮੇਂ ਦੀ ਜੋ ਵਾਰਤਾ ਹੈ ਉਹ ਗੁਰਸਿੱਖਾਂ ਨੂੰ ਦੱਸੀ ਹੈ। ਦਇਆ ਸਿੰਘ ਤੇ ਆਦ ਸਿੱਖ ਦਿਜਬਰ ਕੇਸ਼ੋ ਦਾਸ। ਪਿਆਰੇ ਭਾਈ ਦਇਆ ਸਿੰਘ ਜੀ, ਕੇਸ਼ੋ ਦਾਸ ਪੰਡਤ ਜੀ ਔਰ ਸਤਿਗੁਰਾਂ ਦੇ ਪਿਆਰੇ ਸਿੱਖ। ਤਰਹਿ ਪੰਥ ਮਹਿ ਜਨਮ ਪੁਨ ਕਰ ਹੈ ਰਾਜ ਪ੍ਰਕਾਸ਼। ਆਉਣ ਵਾਲੇ ਸਮੇਂ ਅੰਦਰ ਇਹਨਾਂ ਨੇ ਖਾਲਸਾ ਪੰਥ ਵਿੱਚ ਫਿਰ ਜਨਮ ਲੈਣਾ ਹੈ ਔਰ ਇਹਨਾਂ ਨੇ ਵੱਡਾ ਰਾਜ ਪ੍ਰਬੰਧ ਕਰਨਾ ਹੈ। ਚੌਪਈ ਜੇ ਜੇ ਗੁਰ ਟਿਕ ਕਾਲਹਿ ਕਾਲਾ। ਜਿਨ੍ਹਾਂ ਨੇ ਗੁਰੂ ਦਰਬਾਰ ਵਿਖੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕਰਕੇ ਮਹਾਨ ਘਾਲਣਾ ਘਾਲੀ ਹੈ, ਸੇਵਾ ਕੀਤੀ ਹੈ। ਤੇ ਸਭ ਜਨਮ ਧਰਹਿ ਤਿਸ ਕਾਲਾ। ਔਰ ਇਹਨਾਂ ਨੇ ਦੁਬਾਰਾ ਜਨਮ ਧਾਰਨ ਕਰਨਾ ਹੈ। ਅਵਤਰ ਹੋ ਤਬ ਭਗਤ 18। ਔਰ ਇਹਨਾਂ ਨੇ ਅਵਤਾਰ ਧਾਰਨ ਕਰਕੇ ਸਤਿਗੁਰਾਂ ਦੇ ਪਿਆਰੇ ਲੰਮਾ ਸਮਾਂ ਖਾਲਸਾ ਪੰਥ ਦਾ ਪ੍ਰਚਾਰ ਔਰ ਪ੍ਰਸਾਰ ਕਰਨਾ ਹੈ। ਛੀਨੈ ਰਾਜ ਸਭਨ ਤੇ ਸਾਰਾ। ਤੁਰਕਾਂ ਦੇ ਪਾਸੋਂ ਇਹਨਾਂ ਨੇ ਰਾਜ ਖੋਣਾ ਹੈ। ਆਏ ਮੋਨ ਕੇ ਤਿਕ ਦਿਨ ਵਧੈ। ਔਰ ਇਹਨਾਂ ਦਾ ਜਿਹੜਾ ਸਮਾਂ ਹੈ, ਇਹਨਾਂ ਦਾ ਰਾਜ ਭਾਗ ਅੱਗੇ ਵਧੇਗਾ। ਪੂਰਬ ਦੇਸ਼ ਅਧਿਕ ਹੀ ਸਦੈ। ਜਿੰਨੇ ਪੂਰਬ ਵਾਲੇ ਪਾਸੇ ਦੇਸ਼ ਹਨ, ਸਾਰੇ ਦੇਸ਼ਾਂ ਤੇ ਖਾਲਸਾ ਪੰਥ ਰਾਜ ਕਰੇਗਾ। ਤੇਜ ਕਿਤਕ ਸਿੰਘਨ ਪਰ ਛਾਵੈ। ਇਸ ਤਰ੍ਹਾਂ ਸਿੰਘਾਂ ਦਾ ਤੇਜ, ਸਿੰਘਾਂ ਦਾ ਪ੍ਰਤਾਪ ਜਿਹੜਾ ਹੈ ਦਿਨ ਪ੍ਰਤੀ ਦਿਨ ਵਧਣਾ ਹੈ। ਅਰਹਿ ਪੰਥ ਸੋ ਪੁਨ ਘਟ ਜਾਵੈ। ਜਿਹੜਾ ਖਾਲਸਾ ਪੰਥ ਨਾਲ ਅੜੇਗਾ ਉਹਦਾ ਪ੍ਰਤਾਪ ਘਟ ਜਾਣਾ ਹੈ। ਪਰਬਤ ਮੈਂ ਪ੍ਰਵੇਸ਼ ਹੋਏ ਜਾਏ। ਪਰਬਤਾਂ ਤੱਕ ਖਾਲਸਾ ਪੰਥ ਦਾ ਰਾਜ ਵਧੇਗਾ। ਲੇਹ ਖਾਲਸਾ ਦਰਬਤ ਬਾਏ। ਔਰ ਇਹਨਾਂ ਦੇ ਪਾਸੋਂ ਵੀ ਖਾਲਸਾ ਫਿਰ ਟੈਕਸ ਲਏਗਾ। ਇਹਨਾਂ ਤੋਂ ਮਸੂਲੀ ਜਿਹੜੀ ਹੈ ਖਾਲਸਾ ਪੰਥ ਪ੍ਰਾਪਤ ਕਰੇਗਾ। ਜੇ ਅਬ ਹਮਰੇ ਸ਼ਤਰ ਪਹਾੜੀ। ਜਿਹੜੇ ਪਹਾੜੀ ਸਾਡੇ ਸ਼ਤਰੂ ਹਨ, ਜਿਹੜੇ ਹੁਣ ਸਾਡੇ ਨਾਲ ਝਗੜਾ ਕਰਦੇ ਹਨ।
ਸੈਲਨ ਤੇ ਜਰ ਦੇਹ ਉਖਾਰੀ। ਔਰ ਸਾਡਾ ਖਾਲਸਾ ਪੰਥ ਪਹਾੜਾਂ ਤੋਂ ਪਰਬਤਾਂ ਤੋਂ ਇਹਨਾਂ ਦੀਆਂ ਜੜ੍ਹਾਂ ਉਖਾੜ ਦੇਵੇਗਾ। ਕਾਂਗੜੇਸ਼ ਭੂਪਤ ਕੋ ਨੰਦ। ਕਾਂਗੜੇ ਦੇਸ਼ ਦਾ ਜਿਹੜਾ ਰਾਜਾ ਹੈ, ਇਸ ਰਾਜੇ ਦਾ ਪੁੱਤਰ ਕਰੇ ਨਿਕਾਸਨ ਸਿੰਘ ਬਿਰੰਦ। ਔਰ ਜਦੋਂ ਸਿੰਘ ਆਉਣਗੇ ਆਉਣ ਵਾਲੇ ਸਮੇਂ ਅੰਦਰ, ਕਾਂਗੜੇ ਦੇਸ਼ ਦੇ ਰਾਜੇ ਨੂੰ ਆਪਣੇ ਰਾਜ ਭਾਗ ਦੇ ਵਿੱਚ ਇਹ ਰਾਜ ਪ੍ਰਬੰਧ ਮਿਲਾ ਲੈਣਗੇ ਔਰ ਇੱਥੋਂ ਇਹਨਾਂ ਨੇ ਕੱਢ ਦੇਣਾ ਹੈ। ਸੋ ਗੰਗਾ ਵਿੱਚ ਤਿਆਗੈ ਪ੍ਰਾਨ। ਇਹ ਜਿਹੜਾ ਰਾਜਾ ਹੈ ਫਿਰ ਜਾ ਕਰਕੇ ਗੰਗਾ ਵਿਖੇ ਆਪਣੇ ਪ੍ਰਾਣ ਤਿਆਗੇਗਾ। ਸ਼ਿਵ ਕੋ ਸੇਵਕ ਦਾਨ ਮਹਾਨ। ਕਿਉਂਕਿ ਸ਼ਿਵ ਜੀ ਦਾ ਉਪਾਸਕ ਹੈ, ਉਹਦਾ ਭਗਤ ਹੈ, ਉੱਥੇ ਜਾ ਕਰਕੇ ਨੇ ਆਪਣੇ ਜਿਹੜੇ ਪ੍ਰਾਣ ਨੇ ਉਹ ਤਿਆਗਣੇ ਹਨ। ਪਨ ਸਿੰਘਨ ਮੈਂ ਸੋ ਜਨਮੈ ਹੈ। ਫਿਰ ਸਿੰਘਾਂ ਦਾ ਜਿਹੜਾ ਪ੍ਰਤਾਪ ਹੈ, ਖਾਲਸੇ ਪੰਥ ਦੀ ਮਹਿਮਾ ਜਿਹੜੀ ਹੈ ਉਹ ਅੱਗੇ ਵਧਣੀ ਹੈ। ਕਾਂਸ਼ੀ ਰਾਜ ਕਰੈ ਬਿਦਤੈ ਹੈ। ਕਾਂਸ਼ੀ ਤੱਕ ਖਾਲਸਾ ਪੰਥ ਦਾ ਰਾਜ ਪ੍ਰਗਟ ਹੋਏਗਾ। ਕਹਿ ਕਉ ਸਰੋਤਾ ਸੁਨਹੁ ਅਸੇਖਾ। ਔਰ ਸਤਿਗੁਰੂ ਜੀ ਕਹਿਣ ਲੱਗੇ, ਸਰੋਤਾ ਜਨੋ, ਇਹ ਆਸੀਸ ਹੈ, ਸਿੱਖਿਆ ਹੈ, ਸੁਣਨਾ ਕਰੋ। ਮਰਿਓ ਗੰਗ ਪਰ ਹਮੋ ਪਰੇਖਾ। ਔਰ ਜਿਹੜਾ ਇਹ ਖਾਲਸਾ ਪੰਥ ਦੇ ਨਾਲ ਅੜੇਗਾ, ਕਹਿਣ ਲੱਗੇ ਅੱਗੇ ਝੁਕੇਗਾ ਨਹੀਂ, ਫਿਰ ਖਾਲਸਾ ਪੰਥ ਇਹਨਾਂ ਨੂੰ ਮਾਰ ਦਵੇਗਾ। ਦੋਹਰਾ ਨਾਮ ਤਾਹੇ ਅਨੁਰੁੱਧ ਸਸੀ। ਅਬ ਤਿਆਗੀ ਤਿਨ ਦੇ। ਔਰ ਜਿਨ੍ਹਾਂ ਗੁਰਸਿੱਖਾਂ ਨੇ ਸਤਿਗੁਰਾਂ ਦੀ ਦਇਆ ਦੇ ਦੁਆਰਾ ਇਹ ਪ੍ਰਭੂ ਭਗਤੀ ਕਰਦਿਆਂ ਸਤਿਗੁਰੂ ਦੀ ਸ਼ਰਨ ਵਿੱਚ ਰਹਿ ਕਰਕੇ ਆਪਣੇ ਸਰੀਰ ਦਾ ਤਿਆਗ ਕੀਤਾ ਹੈ। ਹੋਏ ਭਵਿੱਖਤ ਮੈਂ ਜਨਮ ਕਾਂਸ਼ੀ ਜੈ ਕਰ ਲੇਹ। ਔਰ ਭਵਿੱਖ ਵਾਲੇ ਸਮੇਂ ਅੰਦਰ ਫਿਰ ਇਹਨਾਂ ਨੇ ਅਵਤਾਰ ਧਾਰਨ ਕਰਨਾ ਹੈ, ਫਿਰ ਇਹਨਾਂ ਨੇ ਜਨਮ ਲੈਣਾ ਹੈ। ਦੋਹਰਾ ਰਾਜ ਕਰੇਗਾ ਖਾਲਸਾ। ਰਹਿ ਮਵਾਸ ਨ ਕੋਇ। ਖਾਲਸੇ ਦਾ ਰਾਜ ਹੋਣਾ ਹੈ ਔਰ ਜਿਹੜਾ ਆਕੀ ਹੈ, ਦੁਸ਼ਮਣ ਜਿਹੜਾ ਹੈ ਕੋਈ ਬਚੇਗਾ ਨਹੀਂ। ਕਰੈ ਨੌਕਰੀ ਮੋਹਿ ਜੋ ਜੀਵਾ ਪਾਵੈ ਸੋਏ। ਜਿਹੜਾ ਸੇਵਾ ਕਰਦਾ ਹੈ ਖਾਲਸਾ ਪੰਥ ਦੀ, ਜਿਨ੍ਹਾਂ ਨੇ ਭਾਵਨਾ ਨਾਲ ਸੇਵਾ ਕੀਤੀ, ਉਹਨਾਂ ਨੇ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਹੈ। ਚੌਪਈ ਤੁਰਕ ਡੋਗਰੇ ਗਿਲਜੇ ਬ੍ਰਿੰਦ। ਬਹੁਤ ਸਾਰੇ ਤੁਰਕ ਡੋਗਰੇ ਗਿਲਜੇ ਜਿਹੜੇ ਹਨ, ਸਭ ਚਾਕਰ ਹੋਏ ਪੰਥ ਬਿਲੰਦ। ਸਾਰੇ ਖਾਲਸਾ ਪੰਥ ਦੇ ਚਾਕਰ ਹੋਣਗੇ, ਸਾਰੇ ਖਾਲਸਾ ਪੰਥ ਦੀ ਆ ਕਰਕੇ ਨੌਕਰੀ ਕਰਨਗੇ, ਸੇਵਾ ਕਰਨਗੇ। ਜੰਬੁਕ ਨਗਰ ਭੂਪ ਹੋਏ ਭਰੇ। ਜੰਮੂ ਦੇਸ਼ ਦਾ ਜਿਹੜਾ ਰਾਜਾ ਹੈ, ਰਾਜ ਕਰਹਿਗੇ ਸਿੰਘਨ ਮਿਲੇ। ਇਹ ਰਾਜਾ ਸਿੰਘਾਂ ਦੇ ਨਾਲ ਮਿਲ ਕੇ ਰਾਜ ਕਰੇਗਾ। 3000 ਕੋਸ ਕੇ ਅੰਦਰ। 3000 ਕੋਹ ਦੇ ਅੰਦਰ ਤੱਕ। ਫਿਰੈ ਖਾਲਸਾ ਪਾਵੈ ਤੁੰਦਰ। ਔਰ ਫਿਰ ਖਾਲਸਾ ਰੌਲਾ ਪਾਉਂਦਾ ਫਿਰੇਗਾ, ਉੱਥੋਂ ਤੱਕ ਖਾਲਸੇ ਦਾ ਰਾਜ ਹੋਏਗਾ। ਕਿਸੂ ਦੇਸ਼ ਦਾਮਲੇ ਭੇਟ। ਔਰ ਜਿੱਥੋਂ ਤੱਕ ਖਾਲਸਾ ਅੱਗੇ ਵੱਧਦਾ ਹੈ, ਜਿਹੜੇ ਦੇਸ਼ ਰਾਜ ਅਧੀਨਤਾ ਸਵੀਕਾਰ ਕਰਨਗੇ, ਮਾਮਲਾ ਦੇਣਗੇ, ਕਾਹੂ ਲਿਆਵਹਿ ਰਾਜ ਸਮੇਟ। ਔਰ ਜਿਹੜਾ ਮਾਮਲਾ ਨਹੀਂ ਦੇਗਾ, ਉਹਦਾ ਫਿਰ ਰਾਜ ਭਾਗ ਆਪਣੇ ਰਾਜ ਵਿੱਚ ਮਿਲਾ ਲਿਆ ਜਾਏਗਾ। ਸੁਨੋ ਬਿਸ਼ੰਬਰ ਦਾਸ ਸੁਜਾਨ। ਬਿਸ਼ੰਬਰ ਦਾਸ ਜੀ ਸੁਣੋ, ਤੁਸੀਂ ਸਿਆਣੇ ਹੋ।
ਏਵ ਵਿਚਾਰਹੁ ਆਨੰਦ ਮਹਾਨ। ਇਸ ਤਰ੍ਹਾਂ ਵਿਚਾਰ ਕਰਕੇ ਹਿਰਦੇ ਅੰਦਰ ਮਹਾਨ ਆਨੰਦ ਪ੍ਰਾਪਤ ਕਰੋ। ਆਉਣ ਵਾਲੇ ਸਮੇਂ ਅੰਦਰ ਜੋ ਭਵਿੱਖਤ ਬਚਨ ਹਨ ਸਤਿਗੁਰਾਂ ਦੇ, ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਕਾਲ ਹੈ, ਖਾਲਸਾ ਰਾਜ ਦੇ ਅੰਦਰ ਡੋਗਰੇ ਵੀ ਸੇਵਕ ਰਹੇ ਹਨ। ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਦੇ ਅੰਦਰ ਜਿੰਨੇ ਮਹਾਰਾਜਿਆਂ ਨੇ ਜ਼ਿਕਰ ਕੀਤਾ, ਸਾਰੇ ਜਿਹੜੇ ਅਹਿਲਕਾਰ ਸੀ, ਵਜ਼ੀਰ ਮੰਤਰੀ, ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਰਕਾਰੇ ਖਾਲਸਾ ਦੇ ਅੰਦਰ ਨੌਕਰ ਰਹੇ, ਚਾਕਰੀ ਕਰਦੇ ਰਹੇ। ਬਿਸ਼ੰਬਰ ਦਾਸ ਕਹਿਣ ਲੱਗੇ ਇਹ ਜਿਹੜੇ ਬਚਨ ਹਨ ਜਿਨ੍ਹਾਂ ਨੇ ਹਿਰਦੇ ਅੰਦਰ ਵਸਾਏ, ਮਹਾਰਾਜ ਜੀ ਕਹਿੰਦੇ ਇਹ ਭਰੋਸਾ ਕਰਦਿਆਂ ਹਿਰਦੇ ਅੰਦਰ ਆਨੰਦ ਪ੍ਰਾਪਤ ਕਰਨਾ ਕਰੋ। ਪਹੁੰਚੋ ਨਿਜ ਘਰ ਤੂੰ ਮਮ ਸਿੱਖ। ਤੁਸੀਂ ਸਾਡੇ ਪਿਆਰੇ ਸਿੱਖ ਹੋ। ਆਪਣੇ ਨਿਜ ਘਰ ਦੇ ਵਿੱਚ ਨਿਜ ਦੀ ਅਵਸਥਾ ਨੂੰ ਮਹਿਸੂਸ ਕਰਕੇ ਇਹ ਆਨੰਦ ਪ੍ਰਾਪਤ ਕਰੋ। ਹੋਵੇਗੀ ਸੁਧ ਭੂਤ ਭਵਿੱਖ। ਔਰ ਜਦੋਂ ਨਿਜ ਘਰ ਦੇ ਵਿੱਚ ਸਮਾਈ ਹੋਏਗੀ ਆਉਣ ਵਾਲੇ ਸਮੇਂ ਦੀ ਔਰ ਲੰਘ ਚੁੱਕੇ ਸਮੇਂ ਦਾ ਤੁਹਾਨੂੰ ਗਿਆਨ ਜਿਹੜਾ ਹੈ ਉਹ ਸੁਤੇ ਸਿੱਧ ਪ੍ਰਾਪਤ ਹੋਏਗਾ ਕਿ ਅੱਗੇ ਕੀ ਹੋਵੇ। ਸੋਝੀ ਹੋ ਜਾਂਦੀ ਜਿਉਂ-ਜਿਉਂ ਜਪਦਿਆਂ ਨਿਜ ਸਰੂਪ ਦੀ ਪਹਿਚਾਣ ਕਰਦਾ। ਮਹਾਰਾਜ ਜੀ ਕਹਿੰਦੇ ਭਵਿੱਖਤ ਵਾਲਾ ਜਿਹੜਾ ਸਮਾਂ ਹੈ ਉਹਦਾ ਸੁਝਾਨ, ਉਹਦਾ ਗਿਆਨ ਹੋ ਜਾਣਾ ਹੈ। ਕਾਰਜ ਸਕਲ ਸੰਪੂਰਨ ਹੋਵੇ। ਤੁਹਾਡਾ ਜਿਹੜਾ ਕਾਰਜ ਹੈ ਉਹ ਸੰਪੂਰਨ ਹੋਇਆ, ਕਿਉਂਕਿ ਜੋ ਭਾਵਨਾ ਲੈ ਕਰਕੇ ਆਏ ਸਨ ਮਹਾਰਾਜਿਆਂ ਦੇ ਚਰਨਾਂ ਵਿੱਚ ਸਤਿਗੁਰਾਂ ਨੇ ਮਨੋਰਥ ਪੂਰਾ ਕਰ ਦਿੱਤਾ ਹੈ। ਦੁੱਖ ਅਰ ਦਾਰਿਦ ਘਰ ਤੇ ਖੋਵੇ। ਦੁੱਖ ਗਰੀਬੀ ਘਰ ਤੋਂ ਗਵਾ ਦਿੱਤੀ ਹੈ, ਖੋਈ ਗਈ ਹੈ। ਇਤਿਆਦਿਕ ਕਹਿ ਸਤਿਗੁਰ ਪੂਰੇ ਸਤਿਗੁਰਾਂ ਨੇ ਉਹ ਗੁਰਸਿੱਖਾਂ ਦੇ ਨਾਲ ਵਚਨ ਕੀਤੇ ਹਨ। ਉੱਠੇ ਸਭਾ ਤੇ ਦੇ ਬਲ ਰੂਰੇ। ਸਭਨਾਂ ਨੂੰ ਵਰ ਦਿੰਦਿਆਂ ਹੋਇਆਂ, ਖੁਸ਼ੀ ਦਿੰਦਿਆਂ ਹੋਇਆਂ ਸਤਿਗੁਰੂ ਜੀ ਦੀਵਾਨ ਵਿੱਚੋਂ ਉੱਠੇ ਹਨ। ਸਰਬ ਆਪਨੇ ਡੇਰੇ ਗਏ। ਸਾਰੇ ਚੱਲ ਕਰਕੇ ਆਪੋ ਆਪਣੇ ਡੇਰੇ ਵਿਖੇ ਗਏ ਹਨ। ਮੋਹਿ ਸੰਗ ਇਮ ਭਾਖਤ ਭਏ। ਭਾਈ ਰਾਮ ਕੋਇਰ ਜੀ ਗੁਰਸਿੱਖਾਂ ਨੂੰ ਇਹ ਕਥਾ ਸਰਵਣ ਕਰਾ ਰਹੇ ਹਨ। ਭਾਈ ਰਾਮ ਕੋਇਰ ਜੀ ਕਹਿਣ ਲੱਗੇ ਫਿਰ ਮੇਰੇ ਨਾਲ ਗੁਰੂ ਸਾਹਿਬ ਜੀ ਨੇ ਉਹ ਬਚਨ ਕੀਤਾ ਹੈ। ਮੈਨੂੰ ਸਤਿਗੁਰੂ ਜੀ ਉਹ ਕਹਿਣ ਲੱਗੇ ਸੁਨ ਗੁਰਬਖਸ਼ ਸਿੰਘ ਇਹ ਬਾਤ। ਭਾਈ ਗੁਰਬਖਸ਼ ਸਿੰਘ ਆਹ ਗੱਲ ਸੁਣਨਾ ਕਰੋ। ਰਾਤ ਬਤੀਤ ਹੋਏ ਜਬ ਪ੍ਰਾਤ। ਰਾਤ ਬਤੀਤ ਹੋ ਜਾਏਗੀ ਜਦੋਂ ਸਵੇਰ ਦਿਨ ਚੜ੍ਹੇਗਾ। ਗਮਨੋ ਸਿੱਖ ਉਜੈਨੀ ਪਾਸ। ਤੁਸੀਂ ਉਜੈਨੀ ਸਿੱਖ ਦੇ ਕੋਲ ਜਾਣਾ, ਭਾਵ ਬਿਸ਼ੰਬਰ ਦਾਸ ਦੇ ਪਾਸ ਜਾਣਾ ਹੈ। ਆਨੋ ਸੰਗ ਬਿਸ਼ੰਬਰ ਦਾਸ। ਔਰ ਉਹਨੂੰ ਆਪਣੇ ਨਾਲ ਲੈ ਕਰਕੇ ਆਉਣਾ ਹੈ। ਸਾਹਿਬ ਸਿੰਘ ਆਦ ਸੁਨ ਸਰੋਤੇ। ਔਰ ਭਾਈ ਸਾਹਿਬ ਸਿੰਘ ਆਦ ਸਰੋਤੇ ਜਿਹੜੇ ਸੁਣ ਰਹੇ ਹਨ। ਮੰਦਰ ਮਹਿ ਗੁਰ ਪ੍ਰਵੇਸ਼ਨ ਹੋਤੇ। ਸਾਰਿਆਂ ਨੇ ਸੁਣਿਆ ਔਰ ਸਤਿਗੁਰੂ ਜੀ ਆਪਣੇ ਨਿਜ ਮਹਿਲਾਂ ਦੇ ਵਿੱਚ ਉਹ ਕਹਿ ਕੇ ਪ੍ਰਵੇਸ਼ ਕਰ ਗਏ ਹਨ। ਸੁਨ ਕਰ ਮੈਂ ਬੰਧਨ ਕਰ ਮੁਰਿਓ। ਇਸ ਤਰ੍ਹਾਂ ਮਹਾਰਾਜਿਆਂ ਦੇ ਬਚਨ ਸੁਣ ਕੇ ਭਾਈ ਰਾਮ ਕੋਇਰ ਜੀ ਕਹਿੰਦੇ ਮਹਾਰਾਜਿਆਂ ਨੂੰ ਮੈਂ ਬੰਦਨਾ ਕੀਤੀ, ਨਮਸਕਾਰ ਕੀਤੀ, ਫਿਰ ਮੈਂ ਵਾਪਸ ਮੁੜ ਕੇ ਆਇਆ ਹਾਂ। ਨਿਜ ਥਲ ਖਾਨ ਪਾਨ ਕੋ ਕਰਿਓ। ਮੈਂ ਆਪਣੇ ਡੇਰੇ ਆਇਆ, ਰਾਤ ਸਮੇਂ ਖਾਨ ਪਾਨ ਭੋਜਨ ਛਕਿਆ ਹੈ। ਸੁਪਤ ਜਥਾ ਸੁਖ ਰਾਤ ਬਿਤਾਈ। ਸੁਖ ਦੇ ਨਾਲ ਰਾਤ ਬਤੀਤ ਹੋਈ ਹੈ। ਜਾਗੇ ਜਬ ਪ੍ਰਭਾਤ ਹੋਏ ਆਈ। ਅੰਮ੍ਰਿਤ ਵੇਲੇ ਉੱਠੇ ਹਨ ਸਾਰੇ। ਔਰ ਭਾਈ ਰਾਮ ਕੋਇਰ ਜੀ ਕਹਿੰਦੇ ਅਸੀਂ ਵੀ ਅੰਮ੍ਰਿਤ ਵੇਲੇ ਉੱਠੇ ਹਾਂ। ਚਾਰ ਘਟੀ ਜਬ ਦਿਨ ਹੂੰ ਚਰਿਓ।
ਚਾਰ ਘੜੀਆਂ ਜਦੋਂ ਦਿਨ ਚੜ੍ਹਿਆ ਹੈ। ਸਿੱਖ ਉਜੈਨੀ ਲਿਆਵਨ ਕਰਿਓ। ਮੈਂ ਮਹਾਰਾਜਿਆਂ ਦੇ ਬਚਨਾਂ ਅਨੁਸਾਰ ਭਾਈ ਬਿਸ਼ੰਬਰ ਦਾਸ ਉਜੈਨੀ ਸਿੱਖ ਦੇ ਕੋਲ ਗਿਆ, ਉਹਨਾਂ ਨੂੰ ਬੁਲਾ ਕੇ ਲੈ ਕੇ ਆਇਆ ਹਾਂ। ਸਭ ਤ੍ਰਿਯ ਲੈ ਅਰ ਸੁਤ ਕੋ ਸਾਥ। ਭਾਈ ਬਿਸ਼ੰਬਰ ਦਾਸ ਦੇ ਨਾਲ ਉਹਦੀਆਂ ਇਸਤਰੀਆਂ ਔਰ ਉਹਦਾ ਪੁੱਤਰ ਭਾਈ ਹਰਗੋਪਾਲ ਸਭਨਾਂ ਨੂੰ ਨਾਲ ਲਿਆ ਹੈ। ਪਹੁੰਚਿਓ ਜਹ ਬੈਠੇ ਗੁਰਨਾਥ। ਜਿੱਥੇ ਸਤਿਗੁਰੂ ਜੀ ਬੈਠੇ ਹਨ ਤਿਨਾਂ ਨੂੰ ਬੁਲਾ ਕੇ ਮੈਂ ਲੈ ਕੇ ਆਇਆ ਹਾਂ। ਪੇਟ ਰਜਤ ਪਨ ਸ਼ਾਹ ਜਹਾਨੀ। ਸ਼ਾਹਜਹਾਨੀ ਰਜਤ ਪਣ ਭਾਈ ਬਿਸ਼ੰਬਰ ਦਾਸ ਨੇ ਮਹਾਰਾਜਿਆਂ ਦੇ ਹਜੂਰ ਭੇਟਾ ਰੱਖੀ ਹੈ। ਧਰੇ 1000 ਬੰਦਨਾ ਠਾਨੀ। 1000 ਰੁਪਈਆ ਧਰ ਕੇ ਮਹਾਰਾਜਿਆਂ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਸੁਤ ਜੁਤ ਲੈ ਗੁਰ ਖੁਸ਼ੀ ਕਨੇਰੀ। ਮਹਾਰਾਜਿਆਂ ਨੇ ਘਣੀ ਖੁਸ਼ੀ ਕੀਤੀ ਹੈ ਗੁਰਸਿੱਖਾਂ ਤੇ ਭਾਈ ਹਰਗੋਪਾਲ ਬਿਸ਼ੰਬਰ ਦਾਸ ਦੇ ਪਰਿਵਾਰ ਤੇ। ਰੁਖਸਤ ਹੋਣ ਲੱਗਿਓ ਤਿਸ ਬੇਰੀ। ਮਹਾਰਾਜਿਆਂ ਤੋਂ ਖੁਸ਼ੀ ਲੈਂਦਾ ਹੈ ਬਿਸ਼ੰਬਰ ਦਾਸ, ਆਗਿਆ ਮੰਗਦਾ ਹੋਇਆ ਸਤਿਗੁਰਾਂ ਦੇ ਨਾਲ ਬਚਨ ਕਰਦਾ ਹੈ। ਤਿਸ ਕੀ ਜੋਤੀ ਅੰਤਰ ਗਈ। ਔਰ ਬਿਸ਼ੰਬਰ ਦਾਸ ਦੀ ਘਰਵਾਲੀ ਅੰਦਰ ਗਈ ਹੈ। ਗੁਰ ਮਹਿਲਾ ਕੁਤ ਕੋ ਦਰਸਤ ਭਈ। ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਦੇ ਆ। ਮਾਤਾ ਗੁਜਰ ਕੌਰ ਜੀ ਸਤਿਗੁਰਾਂ ਦੇ ਮਾਤਾ ਜੀ ਪਰਿਵਾਰ ਨੂੰ ਜਾ ਕਰਕੇ ਬਿਸ਼ੰਬਰ ਦਾਸ ਦੇ ਘਰੋਂ ਜਾ ਕਰਕੇ ਮਿਲੀ ਹੈ, ਦਰਸ਼ਨ ਕੀਤੇ, ਮਾਤਾਵਾਂ ਨੂੰ ਮੱਥਾ ਟੇਕਿਆ ਹੈ। ਦਰਬ ਉਪਾਇਨ ਧਰ ਕਰ ਆਗੀ। ਔਰ ਭੇਟਾਵਾਂ ਉਹਨਾਂ ਦੇ ਸਨਮੁਖ ਰੱਖ ਕਰਕੇ ਸ਼ਰਦਾ ਜੁਤ ਪਦ ਪੰਕਜ ਲਾਗੀ। ਬੜੀ ਭਾਵਨਾ ਦੇ ਨਾਲ ਸਭਨਾਂ ਦੇ ਚਰਨ ਸਪਰਸ਼ ਕੀਤੇ ਹਨ, ਚਰਨ ਛੂਹੇ ਹਨ। ਚਰਨ ਸਮੈ ਸਤਿਗੁਰ ਟਿਕ ਆਈ। ਕਿਉਂਕਿ ਪਰਿਵਾਰ ਚੱਲਿਆ ਹੈ ਵਾਪਸ ਉਜੈਨ ਨੂੰ, ਸਭਨਾਂ ਨੂੰ ਮਿਲ ਕਰਕੇ ਫਿਰ ਇਹ ਇਸਤਰੀ ਮਹਾਰਾਜਿਆਂ ਦੇ ਪਾਸ ਚੱਲ ਕਰਕੇ ਆਈ ਹੈ। ਨਾਮ ਮਦਨਵੰਤੀ ਹਰ ਖਾਈ। ਮਦਨਵੰਤੀ ਨਾਮ ਹੈ ਇਹਦਾ, ਔਰ ਮਹਾਰਾਜਿਆਂ ਦੇ ਦਰਸ਼ਨ ਕੀਤੇ, ਪ੍ਰਸੰਨ ਹੋਈ ਹੈ। ਚਰਨ ਕਮਲ ਪਰ ਨਿਜ ਸਿਰ ਧਰਿਓ। ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਹੈ। ਅਸ਼ਰਨ ਕੋ ਜਲ ਉਪਰ ਪਰਿਓ। ਜਦੋਂ ਮੱਥਾ ਟੇਕਿਆ ਨੇਤਰਾਂ ਦੇ ਵਿੱਚੋਂ ਹੰਝੂ ਵਗੇ ਮਹਾਰਾਜਿਆਂ ਦੇ ਚਰਨਾਂ ਤੇ ਪਏ ਹਨ। ਸਤਿਗੁਰ ਰਹੇ ਹਟਾਏ ਪਿਛੇਰੇ। ਮਹਾਰਾਜ ਜੀ ਪਿੱਛੇ ਹਟਾਉਂਦੇ ਹਨ। ਤਉ ਧਰਿਓ ਸਿਰ ਹੋਏ ਅਗੇਰੇ। ਫਿਰ ਵੀ ਉਹਨੇ ਅੱਗੇ ਹੋ ਕਰਕੇ ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਤੇ ਧਰਿਆ ਹੈ। ਪਗ ਪਰ ਅੰਸ਼ਰੂ ਬਿਖ ਹਸ ਕਹਿਓ। ਜਦੋਂ ਨੇਤਰਾਂ ਦੇ ਵਿੱਚੋਂ ਹੰਝੂ ਗਿਰੇ ਮਹਾਰਾਜਿਆਂ ਦੇ ਚਰਨਾਂ ਤੇ ਪਏ, ਸਤਿਗੁਰੂ ਜੀ ਹੱਸ ਕੇ ਕਹਿੰਦੇ ਹਨ, ਕਿਉ ਤੋ ਚਿੰਤ ਚਿੰਤਾ ਮਹਿ ਬਹਿਓ। ਭਾਈ ਤੁਹਾਡਾ ਚਿੱਤ ਕਿਉਂ ਚਿੰਤਾ ਦੇ ਵਿੱਚ ਖੁੱਭਿਆ ਹੋਇਆ ਹੈ, ਤੁਸੀਂ ਕਿਉਂ ਚਿੰਤਾ ਕਰਦੇ ਹੋ। ਗੁਰ ਕਰ ਦੇਤ ਲੇਤ ਨਹਿ ਜੋਵੈ। ਗੁਰੂ ਘਰ ਹਮੇਸ਼ਾ ਦਿੰਦਾ ਹੈ, ਲੈਂਦਾ ਨਹੀਂ। ਜੇ ਕੋਈ ਗੁਰੂ ਘਰ ਨੂੰ ਭਾਵਨਾ ਸਹਿਤ ਭੇਟਾ ਰੱਖਦਾ ਗੁਰੂ ਅੱਗੇ, ਸਤਿਗੁਰੂ ਜੀ ਤਾਂ ਅੱਗੋਂ 10 ਗੁਣਾ ਦਿੰਦੇ ਹਨ। ਮਹਾਰਾਜ ਜੀ ਕਹਿੰਦੇ, ਭਾਈ ਮਨ ਵਿੱਚ ਚਿੰਤਾ ਕਿਉਂ ਕਰਦੇ ਹੋ, ਗੁਰੂ ਘਰ ਹਮੇਸ਼ਾ ਸਭ ਦੀ ਭਾਵਨਾ ਪੂਰੀ ਕਰਦਾ ਹੈ। ਤੋ ਸੁਤ ਦਾਸ ਹਮਾਰੋ ਹੋਵੇ। ਤੁਹਾਡਾ ਪੁੱਤਰ ਸਾਡਾ ਦਾਸ ਹੈ, ਸਾਡਾ ਸੇਵਕ ਬਣਿਆ ਹੈ। ਅਪਰ ਜਨਮ ਮੈਂ ਇਮ ਬਨ ਜਾਏ। ਇਸੇ ਤਰ੍ਹਾਂ ਸਾਡਾ ਦੂਸਰਾ ਜਨਮ ਤੁਹਾਡੇ ਗੁਰਸਪੁੱਤਰ ਨੇ ਧਰਨਾ, ਫਿਰ ਵੀ ਇਹ ਸਾਡਾ ਗੁਰਸਿੱਖ ਬਣੇਗਾ, ਸਾਡਾ ਸੇਵਕ ਬਣੇਗਾ। ਅਬ ਦੀਨੋ ਤੋਇ ਨਿਸ਼ਚੈ ਪਾਏ। ਤੁਹਾਨੂੰ ਹੁਣੇ ਹੀ ਇਹ ਭਰੋਸਾ ਵਿਸ਼ਵਾਸ ਜਿਹੜਾ ਹੈ ਤੁਹਾਡੇ ਹਿਰਦੇ ਅੰਦਰ ਬਣੇ
ਕਿ ਬਾਰ-ਬਾਰ ਗੁਰਸਿੱਖ ਦਾ ਜਨਮ ਜਿਹੜਾ ਹੈ ਇਹਨੇ ਪ੍ਰਾਪਤ ਕਰਨਾ ਹੈ। ਸਾਬਤ ਹੋਵਾ ਭਰੇ ਪਛਾਨ। ਹੁਣ ਇਹ ਸਾਬਤ ਸੂਰਤ ਹੋ ਗਿਆ ਹੈ, ਕਿਉਂਕਿ ਹੁਣ ਇਹਦੇ ਹਿਰਦੇ ਅੰਦਰ ਦ੍ਰਿੜਤਾ, ਭਰੋਸਾ, ਵਿਸ਼ਵਾਸ ਪਹਿਲਾਂ ਡੋਲ ਗਿਆ ਸੀ ਹਰਗੋਪਾਲ। ਸਤਿਗੁਰਾਂ ਨੇ ਫੇਰ ਚਰਣੀ ਲਾਇਆ, ਖੰਡੇ ਬਾਟੇ ਦੀ ਪਾਹੁਲ ਦਿੱਤੀ ਔਰ ਕਿਹਾ ਕਿ ਭਾਈ ਹੁਣ ਤਾਂ ਇਹ ਗੁਰਸਿੱਖ ਬਣ ਗਿਆ, ਹੁਣ ਇਹ ਸਾਬਤ ਸੂਰਤ ਬਣ ਗਿਆ, ਹੁਣ ਇਹਨੂੰ ਅਡੋਲ ਪਦਵੀ ਜਿਹੜੀ ਪ੍ਰਾਪਤ ਹੋ ਗਈ ਹੈ। ਗੋਰਖ ਜਾਣੈ ਕੈ ਤੂੰ ਜਾਣ। ਜਾਂ ਤਾਂ ਪਰਮੇਸ਼ਰ ਜਾਣਦਾ ਹੈ, ਜਾਂ ਇਹ ਜਿਹੜੀ ਗੱਲ ਹੈ ਆਪਣੇ ਹਿਰਦੇ ਅੰਦਰ ਵਸਾ ਲੈਣਾ ਕਰ, ਤੁਹਾਡੇ ਹਿਰਦੇ ਅੰਦਰ ਇਉਂ ਭਰੋਸਾ ਬਣ ਜਾਏ। ਸੁਨਤ ਮਦਨਵੰਤੀ ਤਬ ਕਹਿਓ। ਸੁਣ ਕੇ ਮਦਨਵੰਤੀ ਮਹਾਰਾਜਿਆਂ ਦੇ ਚਰਨਾਂ 'ਚੋਂ ਬੇਨਤੀ ਕਰਦਿਆਂ ਕਹਿੰਦੀ ਹੈ, ਮੋਹ ਨ ਹੋਇ ਇਹੀ ਮੈਂ ਚਾਹਿਓ। ਸਤਿਗੁਰੂ ਜੀ ਮੇਰੇ ਮਨ ਵਿੱਚ ਇਹ ਜਿਹੜਾ ਪਰਿਵਾਰ ਦਾ ਮੋਹ ਹੈ, ਪੁੱਤਰ ਮੋਹ ਜਿਹੜਾ ਹੈ, ਇਹ ਹਿਰਦੇ ਅੰਦਰੋਂ ਦੂਰ ਚਲਿਆ ਜਾਏ, ਇਹ ਮਿਟ ਜਾਏ। ਕਿਉਂਕਿ ਜਿੰਨੀ ਦੇਰ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਿਟਦੇ ਨਹੀਂ, ਓਨੀ ਦੇਰ ਨਿਜ ਨੂੰ ਪਾਉਣਾ ਜਿਹੜਾ ਔਖਾ ਹੈ। ਮਹਾਰਾਜ ਆਪ ਜੀ ਦੀ ਕਿਰਪਾ ਦੁਆਰਾ ਆ ਜਿਹੜਾ ਮੋਹ ਹੈ ਹਿਰਦੇ ਅੰਦਰੋਂ ਮਿਟ ਜਾਣਾ ਕਰੇ। ਗੁਰੂ ਕਹੈ ਹੁਸ਼ਨਾਕ ਉਦਾਰੀ। ਮਹਾਰਾਜ ਜੀ ਕਹਿਣ ਲੱਗੇ ਤੁਹਾਡੀ ਭਾਵਨਾ ਪੂਰੀ ਹੋਏਗੀ, ਇਹ ਖੁਸ਼ੀ ਵਾਲੀ, ਇਹ ਤੁਹਾਨੂੰ ਖੁਸ਼ੀ ਪ੍ਰਾਪਤ ਹੋਵੇ। ਤੂੰ ਗੁਰ ਬਖਸ਼ ਸਿੰਘ ਦੀ ਨਾਰੀ। ਤੁਹਾਡੀ ਇਹ ਭਾਵਨਾ ਪਰਮੇਸ਼ਰ ਪੂਰੀ ਕਰੇਗਾ। ਤੁਹਾਡੇ ਹਿਰਦੇ ਅੰਦਰ ਪ੍ਰਭੂ ਭਗਤੀ ਦਾ ਰਸ, ਇਹ ਆਨੰਦ ਜਿਹੜਾ ਹੈ ਸਦਾ ਹੀ ਬਣਿਆ ਰਹੇਗਾ। ਸਤਿਗੁਰਾਂ ਦੇ ਦਰਸ਼ਨ ਕਰਕੇ ਜਿਵੇਂ ਭਾਈ ਵਿਸ਼ੰਬਰ ਦਾਸ ਦਾ ਪਰਿਵਾਰ ਵਾਪਸ ਉਜੈਨ ਨੂੰ ਜਾਂਦਾ ਹੈ ਔਰ ਸਤਿਗੁਰੂ ਜੀ ਅਪਾਰ ਕਿਰਪਾ ਗੁਰਸਿੱਖਾਂ ਤਿਉਂ ਬਖਸ਼ਿਸ਼ਾਂ ਕਰ ਰਹੇ ਹਨ। ਅਗਲੇ ਪ੍ਰਸੰਗਾਂ ਵਿੱਚ ਆਪਾਂ ਸਰਵਣ ਕਰਾਂਗੇ ਸਤਿਗੁਰਾਂ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੈ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੈ ਸਰਬ ਇੱਕ ਮੈਂ ਭੰਜਨ ਗੁਣਤਾਸ ਹੇ ਸੰਗੀ ਹੈ ਹੇ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਹੇ ਧਾਰਾ ਆਧਾਰ ਹੇ ਠਾਕੁਰ ਹਉ ਦਾਸਰਾ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮਦਾਨ ਰੱਖੋ ਹੀਐ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਇਸ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਸਗਲ ਦੁਆਰ ਕਉ ਛਾੜ ਕੇ ਏਉ ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੇ ਏਉ ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।